Hello students, our today's topic of discussion is junction diode as rectifier. Beta, in the last lecture we have done formation of PN junction, biasing of PN junction and its characteristics. Now we will discuss applications of junction diode, and rectifier is one of the application of junction diode. In this lecture we will learn what is rectifier, its types and its working. Now let's start with the topic. What is rectifier? It is a device which converts alternating current into direct current or alternating voltage into direct voltage. ਤਾਂ rectifier ਕੀ ਹੈ ਬੇਟਾ? ਜਿਹੜਾ AC ਨੂੰ DC ਦੇ ਵਿੱਚ ਕਨਵਰਟ ਕਰਦੇ। ਤਾਂ rectification ਕੀ ਹੋਏਗਾ? It is a process. ਕਾਹਦਾ ਪ੍ਰੋਸੈਸ? ਜਿਸ ਪ੍ਰੋਸੈਸ ਦੇ ਵਿੱਚ ਆਲਟਰਨੇਟਿੰਗ ਕਰੰਟ ਡਾਇਰੈਕਟ ਕਰੰਟ ਚ ਕਨਵਰਟ ਹੋ ਜੇ ਜਾਂ ਆਲਟਰਨੇਟਿੰਗ ਵੋਲਟੇਜ ਡਾਇਰੈਕਟ ਵੋਲਟੇਜ ਦੇ ਵਿੱਚ ਕਨਵਰਟ ਹੋ ਜੇ। ਇਜ਼ ਇਟ ਕਲੀਅਰ? ਤਾਂ rectifier is of two types. One is half wave rectifier and other is full wave rectifier. ਤਾਂ ਡਾਇਓਡ ਨੂੰ ਜਦੋਂ ਆਪਾਂ rectifier ਦੇ ਐਜ਼ ਏ ਯੂਜ਼ ਕਰਦੇ ਹਾਂ ਤਾਂ ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰ ਸਕਦਾ ਹੈ। ਸਰਕਟ ਡਾਇਗਰਾਮ ਤੇ ਡਿਪੈਂਡੈਂਟ ਦੋ ਟਾਈਪ ਦੇ rectifier ਹੋ ਸਕਦੇ ਨੇ। One is half wave rectifier and other is full wave rectifier. ਤਾਂ ਬੇਟਾ ਆਪਾਂ ਦੋਨਾਂ ਨੂੰ ਡਿਸਕਸ ਕਰਾਂਗੇ, ਦੋਨਾਂ ਦੇ ਪ੍ਰਿੰਸੀਪਲ, ਦੋਨਾਂ ਦੀ ਵਰਕਿੰਗ ਤੇ ਦੋਨਾਂ ਦੀਆਂ ਆਊਟਪੁੱਟ ਬਾਰੇ ਡਿਸਕਸ ਕਰਾਂਗੇ। ਤਾਂ ਇਹਨੂੰ ਬੜਾ ਧਿਆਨ ਨਾਲ ਸੁਣਨਾ, ਬਹੁਤ ਈਜ਼ੀ ਟੌਪਿਕ ਹੈ। ਤਾਂ ਫਸਟ ਵੀ ਵਿਲ ਡਿਸਕਸ ਹਾਫ ਵੇਵ rectifier. So what is the principle of half wave rectifier? It is based on the principle that a junction diode offers low resistance when forward biased and high resistance when reverse biased. ਬੇਟਾ ਆਪਾਂ ਲਾਸਟ ਲੈਕਚਰ ਦੇ ਵਿੱਚ ਜਦ ਬਾਇਸਿੰਗ ਕੀਤੀ ਸੀ ਤਾਂ ਆਪਾਂ ਦੇਖਿਆ ਸੀ ਕਿ ਜਦੋਂ ਫਾਰਵਰਡ ਬਾਇਸਡ ਹੁੰਦਾ ਤਾਂ ਹਾਈ ਕਰੰਟ ਫਲੋ ਕਰਦਾ ਹੈ ਤੇ ਇਸ ਦਾ ਮਤਲਬ ਉਸ ਸਰਕਟ ਦੀ ਲੋ ਰੈਜ਼ਿਸਟੈਂਸ ਹੈ। ਬਟ ਜਦੋਂ ਆਪਾਂ ਰਿਵਰਸ ਬਾਇਸ ਕਰਦੇ ਹਾਂ ਬਹੁਤ ਹੀ ਸਮਾਲ ਕਰੰਟ ਫਲੋ ਕਰਦਾ ਹੈ ਜਾਂ ਆਲਮੋਸਟ ਜ਼ੀਰੋ ਕਰੰਟ ਫਲੋ ਕਰਦਾ ਹੈ। ਕਿਉਂ ਜ਼ੀਰੋ ਕਰੰਟ ਫਲੋ ਕਰ ਰਿਹਾ ਹੈ? ਕਿਉਂਕਿ ਉਸ ਟਾਈਮ ਉਸ ਡਾਇਓਡ ਦੀ ਰੈਜ਼ਿਸਟੈਂਸ ਕੀ ਹੁੰਦੀ ਹੈ? ਹਾਈ ਹੁੰਦੀ ਹੈ। ਤਾਂ rectifier ਵੀ ਇਸੇ ਪ੍ਰਿੰਸੀਪਲ ਤੇ ਵਰਕ ਕਰਦਾ ਕਿ ਜਦੋਂ ਡਾਇਓਡ ਫਾਰਵਰਡ ਬਾਇਸਡ ਹੈ ਤਾਂ ਉਹਦੀ ਲੋ ਰੈਜ਼ਿਸਟੈਂਸ ਹੋਏਗੀ। ਲੋ ਰੈਜ਼ਿਸਟੈਂਸ ਮਤਲਬ ਉਹ ਕੰਡਕਟ ਕਰੇਗਾ। ਜਦੋਂ ਡਾਇਓਡ ਰਿਵਰਸ ਬਾਇਸ ਹੋਏਗਾ ਉਸਦੀ ਹਾਈ ਰੈਜ਼ਿਸਟੈਂਸ ਹੋਏਗੀ। ਹਾਈ ਰੈਜ਼ਿਸਟੈਂਸ ਮਤਲਬ ਉਹਦੇ ਵਿੱਚ ਕਰੰਟ ਫਲੋ ਨਹੀਂ ਕਰੇਗਾ, ਜੇ ਕਰੇਗਾ ਵੀ ਬਹੁਤ ਸਮਾਲ ਹੋਏਗਾ ਜਿਹੜਾ ਆਪਾਂ ਨੂੰ ਪਤਾ ਨਹੀਂ ਚੱਲੇਗਾ। ਕਲੀਅਰ? ਤਾਂ ਹੁਣ ਦੇਖੋ ਇਹਦੀ ਸਰਕਟ ਡਾਇਗਰਾਮ। ਬੇਟਾ ਹਾਫ ਵੇਵ ਤੇ ਫੁੱਲ ਵੇਵ rectifier 'ਚ ਬਹੁਤ ਥੋੜਾ ਫਰਕ ਹੈ, ਤਾਂ ਇੱਕ ਨੂੰ ਹੀ ਧਿਆਨ ਨਾਲ ਸਮਝੋ ਤਾਂ ਦੂਸਰਾ ਆਪਣੇ ਆਪ ਹੀ ਆ ਜਾਏਗਾ। ਤਾਂ ਦੇਖੋ ਇਸ ਸਰਕਟ ਡਾਇਗਰਾਮ 'ਚ ਆਪਾਂ ਇੱਥੇ AC ਅਪਲਾਈ ਕੀਤੀ ਹੈ, ਆਪਾਂ AC ਨੂੰ ਹੀ DC 'ਚ ਕਨਵਰਟ ਕਰਨਾ ਹੈ ਤਾਂ ਆਪਣੀ ਇਨਪੁਟ ਕਿੱਦਾਂ ਦੀ ਹੋਣੀ ਚਾਹੀਦੀ ਹੈ? ਆਲਟਰਨੇਟਿੰਗ। ਇੱਥੇ ਆਪਾਂ ਪ੍ਰਾਇਮਰੀ ਤੇ ਸੈਕੰਡਰੀ ਕੋਇਲਸ ਦਾ ਕੰਬੀਨੇਸ਼ਨ ਲਗਾਇਆ, ਠੀਕ ਹੈ। ਤਾਂ ਪ੍ਰਾਇਮਰੀ ਤੇ ਜਿਹੜੀ ਵੀ ਵੋਲਟੇਜ ਜਾਂ ਜਿਹੜੀ ਵੀ ਪੋਲੈਰਿਟੀ ਆਏਗੀ ਮਿਊਚੁਅਲ ਇੰਡਕਸ਼ਨ ਕਰਕੇ ਸੈਕੰਡਰੀ ਕੋਇਲ ਤੇ ਵੀ ਪੋਲੈਰਿਟੀ ਆ ਜਾਏਗੀ। ਤਾਂ ਪੋਲੈਰਿਟੀ ਜਿਹੜੀ ਵੀ ਇੱਥੇ ਆਏਗੀ ਉਸਦੇ ਕਰਕੇ ਇਹ ਡਾਇਓਡ ਜਾਂ ਫਾਰਵਰਡ ਬਾਇਸ ਹੋ ਸਕਦਾ ਹੈ ਜਾਂ ਰਿਵਰਸ ਬਾਇਸ ਹੋ ਸਕਦਾ ਹੈ। ਜੇ ਫਾਰਵਰਡ ਬਾਇਸ ਹੋਏਗਾ ਤਾਂ ਆਪਣੇ ਕੋਲ ਇਸ ਲੋਡ ਰੈਜ਼ਿਸਟੈਂਸ ਦੇ ਅਕ੍ਰੋਸ ਕੁਝ ਆਊਟਪੁੱਟ ਆ ਜਾਏਗੀ। ਜੇ ਰਿਵਰਸ ਬਾਇਸ ਹੋਏਗਾ ਤਾਂ ਇਹ ਡਾਇਓਡ ਕੰਡਕਟ ਨਹੀਂ ਕਰੇਗਾ। ਕਲੀਅਰ? ਤਾਂ ਹੁਣ ਆਪਾਂ ਦੇਖਦੇ ਹਾਂ ਬੇਟਾ ਕਿ ਕਿਵੇਂ ਹਾਫ ਵੇਵ rectifier ਵਰਕ ਕਰਦਾ ਹੈ। ਹਾਫ ਵੇਵ rectifier ਦੀ ਜਾਂ ਫੁੱਲ ਵੇਵ rectifier ਦੀ ਦੋਨਾਂ ਦੀ ਵਰਕਿੰਗ ਆਪਾਂ ਇੱਕੋ ਹੀ ਤਰੀਕੇ ਦੇ ਨਾਲ ਕਰਾਂਗੇ। ਤਾਂ ਜਦੋਂ ਵੀ ਆਪਾਂ rectifier ਦੀ ਵਰਕਿੰਗ ਕਰਨੀ ਹੈ ਤਾਂ ਆਪਾਂ ਇਹਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਲੈਣਾ, ਇੱਕ ਪੋਜ਼ਿਟਿਵ ਹਾਫ ਸਾਈਕਲ ਤੇ ਦੂਸਰਾ ਨੈਗੇਟਿਵ ਹਾਫ ਸਾਈਕਲ। ਆਪਾਂ ਨੂੰ ਪਤਾ ਹੈ ਆਲਟਰਨੇਟਿੰਗ ਕਰੰਟ ਇੱਦਾਂ ਹੁੰਦਾ, ਪੋਜ਼ਿਟਿਵ ਫਿਰ ਨੈਗੇਟਿਵ ਵੇਵ ਇੱਦਾਂ ਹੀ ਬਣਦੀ ਹੈ। ਤਾਂ ਪਹਿਲਾਂ ਆਪਾਂ ਦੇਖ ਰਹੇ ਹਾਂ ਜਦੋਂ ਪੋਜ਼ਿਟਿਵ ਹਾਫ ਸਾਈਕਲ ਹੋਵੇ, ਫਿਰ ਆਪਾਂ ਦੇਖਾਂਗੇ ਜਦੋਂ ਨੈਗੇਟਿਵ ਹਾਫ ਸਾਈਕਲ ਹੋਵੇ। ਤਾਂ ਦੇਖੋ ਆਪਾਂ ਹੁਣ ਇਹ ਕੰਸੀਡਰ ਕਰਨਾ ਬੇਟਾ ਕਿ ਜਦੋਂ ਪੋਜ਼ਿਟਿਵ ਹਾਫ ਸਾਈਕਲ ਹੋਵੇ, ਇਹੀ ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਬੇਟਾ। ਜੇ ਇਹ ਸਮਝ ਆ ਗਿਆ, ਬਾਇਸਿੰਗ ਤੁਹਾਨੂੰ ਆਉਂਦੀ ਹੈ
ਤਾਂ ਫਿਰ ਰਿਐਕਟੀਫਾਇਰ ਦੀ ਵਰਕਿੰਗ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਤਾਂ ਦੇਖੋ ਜਦੋਂ ਇੱਥੇ ਪੋਜ਼ਿਟਿਵ ਹਾਫ ਸਾਈਕਲ ਆਇਆ ਤਾਂ ਆਪਾਂ ਇਹ ਮੰਨ ਲਿਆ ਕਿ ਜਿਹੜੀ ਇੱਥੇ ਸੈਕੰਡਰੀ ਆਹ ਵਾਲੀ ਸੈਕੰਡਰੀ ਕੋਇਲ ਇਹੀ ਤਾਂ ਡਾਇਓਡ ਦੇ ਨਾਲ ਕਨੈਕਟਡ ਹੈ। ਤਾਂ ਆਪਾਂ ਬੇਸਿਕਲੀ ਤਾਂ ਇਸ ਸੈਕੰਡਰੀ ਕੋਇਲ ਦੀ ਹੀ ਪੋਲੈਰਿਟੀ ਚੈੱਕ ਕਰਾਂਗੇ। ਪੋਲੈਰਿਟੀ ਮੀਨਸ ਕਿਹੜੇ ਟਰਮੀਨਲ ਇਹਦੇ ਤੇ ਕਨੈਕਸ਼ਨ ਆ ਰਿਹਾ ਹੈ। ਤਾਂ ਦੇਖੋ ਆਪਾਂ ਕੀ ਕੰਸੀਡਰ ਕੀਤਾ ਕਿ ਜਦੋਂ ਪੋਜ਼ਿਟਿਵ ਹਾਫ ਸਾਈਕਲ ਆਇਆ ਉਦੋਂ ਜਿਹੜੀ ਇਹ ਸੈਕੰਡਰੀ ਕੋਇਲ ਹੈ ਉਹਦਾ ਅਪਰ ਐਂਡ ਕੀ ਹੈ ਬੇਟਾ, ਦੇਖੋ ਪੋਜ਼ਿਟਿਵ, ਤੇ ਲੋਅਰ ਐਂਡ ਕੀ ਹੈ, ਨੈਗੇਟਿਵ। ਕਲੀਅਰ, ਇਹ ਦੋਨਾਂ ਦੀ ਪੋਲੈਰਿਟੀ ਆ ਗਈ। ਤਾਂ ਦੇਖੋ ਇੱਥੇ ਹੁਣ ਪੋਜ਼ਿਟਿਵ ਪੀਐਨ ਜੰਕਸ਼ਨ ਦੇ ਪੋਜ਼ਿਟਿਵ ਨਾਲ ਕਨੈਕਟਡ ਹੈ, ਇਹ ਟ੍ਰਾਇੰਗਲ ਪੋਜ਼ਿਟਿਵ ਹੀ ਹੁੰਦੀ ਹੈ। ਤੇ ਜਿਹੜੀ ਇਹ ਲਾਈਨ ਇਹ ਕੀ ਹੁੰਦਾ ਬੇਟਾ, ਨੈਗੇਟਿਵ। ਤਾਂ ਦੇਖੋ ਇਹ ਕਿਹਦੇ ਨਾਲ ਕਨੈਕਟਡ ਹੈ, ਨੈਗੇਟਿਵ। ਜਦੋਂ ਪੋਜ਼ਿਟਿਵ ਨਾਲ ਕਨੈਕਟਡ ਹੋਵੇ, ਐਨ ਨੈਗੇਟਿਵ ਨਾਲ ਕਨੈਕਟਡ ਹੋਵੇ ਤਾਂ ਇਹ ਬਾਈਸਿੰਗ ਕਿਹੜੀ ਹੁੰਦੀ ਹੈ, ਫਾਰਵਰਡ ਬਾਈਸਿੰਗ। ਜੇ ਹੁਣ ਇਹ ਡਾਇਓਡ ਫਾਰਵਰਡ ਬਾਈਜ਼ਡ ਹੈ ਤਾਂ ਰੈਜ਼ਿਸਟੈਂਸ ਕੀ ਹੋਏਗੀ ਬੇਟਾ, ਲੋ ਹੋਏਗੀ। ਰੈਜ਼ਿਸਟੈਂਸ ਲੋ ਹੋਏਗੀ ਤਾਂ ਇਹ ਕੰਡਕਟ ਕਰੇਗਾ। ਕੰਡਕਟ ਕਰਨ ਦਾ ਮਤਲਬ ਇਸ ਦੇ ਵਿੱਚੋਂ ਕਰੰਟ ਫਲੋ ਕਰੇਗਾ। ਕਰੰਟ ਫਲੋ ਕਰੇਗਾ ਤਾਂ ਇਸ ਆਊਟਪੁੱਟ ਤੇ ਇਸ ਲੋਡ ਰੈਜ਼ਿਸਟੈਂਸ ਤੇ ਆਪਾਂ ਨੂੰ ਕੀ ਮਿਲ ਜੇਗੀ, ਇੱਕ ਆਊਟਪੁੱਟ ਵੇਵ ਫਾਰਮ ਮਿਲ ਜੇਗੀ। ਕਲੀਅਰ। ਤਾਂ ਦੇਖੋ ਜਦੋਂ ਸੈਕੰਡਰੀ ਵਾਈਡਿੰਗ ਦਾ ਅਪਰ ਪੋਜ਼ਿਟਿਵ ਹੋਵੇ, ਲੋਅਰ ਕੀ ਹੋਵੇ, ਨੈਗੇਟਿਵ, ਤਾਂ ਉਹ ਕੀ ਹੋਏਗਾ ਬੇਟਾ, ਫਾਰਵਰਡ ਬਾਇਸ ਹੋਏਗਾ ਤੇ ਕਰੰਟ ਕੰਡਕਟ ਕਰੇਗਾ ਤੇ ਇਨਪੁਟ ਵੋਲਟੇਜ ਇਜ਼ ਅਪਲਾਈਡ ਡਾਇਰੈਕਟਲੀ ਟੂ ਦਾ ਲੋਡ ਰੈਜ਼ਿਸਟੈਂਸ। ਤਾਂ ਆਪਾਂ ਨੂੰ ਸਾਰੀ ਆਊਟਪੁੱਟ ਕਿਹਦੇ ਅਕ੍ਰੋਸ ਮਿਲੇਗੀ, ਲੋਡ ਰੈਜ਼ਿਸਟੈਂਸ ਤੇ ਮਿਲੇਗੀ। The waveform of the output voltage and output current are same as that of AC input voltage। ਤਾਂ ਹੁਣ ਇੱਥੇ ਆਪਾਂ ਕਿਹੜਾ ਸਾਈਕਲ ਲਿੱਤਾ ਸੀ, ਪੋਜ਼ਿਟਿਵ ਹਾਫ ਸਾਈਕਲ। ਤਾਂ ਜਿਹੜੀ ਆਊਟਪੁੱਟ ਮਿਲੇਗੀ ਉਹ ਵੀ ਕੀ ਹੋਏਗੀ ਬੇਟਾ, ਆਪਾਂ ਨੂੰ ਪੋਜ਼ਿਟਿਵ ਮਿਲੇਗੀ। ਤਾਂ ਜਿਵੇਂ ਦੀ ਇਨਪੁਟ ਆਈ ਸੀ ਉਵੇਂ ਦੀ ਆਪਣੇ ਕੋਲ ਕੀ ਆ ਜਾਏਗੀ, ਆਊਟਪੁੱਟ ਆ ਜਾਏਗੀ। ਕਲੀਅਰ। ਤਾਂ ਹੁਣ ਨੈਗੇਟਿਵ ਹਾਫ ਸਾਈਕਲ ਵੇਲੇ ਕੀ ਹੋਏਗਾ, ਨੈਗੇਟਿਵ ਹਾਫ ਸਾਈਕਲ ਵੇਲੇ ਆਪਾਂ ਕੀ ਕੰਸੀਡਰ ਕਰਨਾ ਹੈ ਕਿ ਜਿਹੜੀ ਸੈਕੰਡਰੀ ਵਾਈਂਡਿੰਗ ਹੈ ਹੁਣ ਉਹਦੀ ਕੀ ਪੋਲੈਰਿਟੀ ਹੈ ਬੇਟਾ, ਨੈਗੇਟਿਵ, ਤੇ ਬੀ ਕਿਸ ਪੋਟੈਂਸ਼ੀਅਲ ਤੇ ਹੈ, ਪੋਜ਼ਿਟਿਵ। ਤਾਂ ਹੁਣ ਦੇਖੋ ਪੀ ਟਾਈਪ ਸੈਮੀਕੰਡਕਟਰ ਕਿਹਦੇ ਨਾਲ ਕਨੈਕਟਡ ਹੈ, ਨੈਗੇਟਿਵ ਪੋਟੈਂਸ਼ੀਅਲ ਦੇ ਨਾਲ। ਐਨ ਟਾਈਪ ਸੈਮੀਕੰਡਕਟਰ ਕਿਹਦੇ ਨਾਲ ਕਨੈਕਟਡ ਹੈ, ਪੋਜ਼ਿਟਿਵ ਦੇ ਨਾਲ। ਜਦੋਂ ਪੀ ਨੈਗੇਟਿਵ ਨਾਲ ਕਨੈਕਟਡ ਹੋਵੇ ਤੇ ਐਨ ਪੋਜ਼ਿਟਿਵ ਨਾਲ ਕਨੈਕਟਡ ਹੋਵੇ ਤਾਂ ਡਾਇਓਡ ਕੀ ਹੋਏਗਾ ਬੇਟਾ, ਰਿਵਰਸ ਬਾਇਸਡ। ਕਲੀਅਰ। ਜਦੋਂ ਰਿਵਰਸ ਬਾਇਸਿੰਗ 'ਚ ਹੁੰਦਾ ਡਾਇਓਡ ਤਾਂ ਉਸਦੀ ਰੈਜ਼ਿਸਟੈਂਸ ਕੀ ਹੋਏਗੀ, ਹਾਈ ਹੋਏਗੀ। ਰੈਜ਼ਿਸਟੈਂਸ ਹਾਈ ਹੋਏਗੀ ਤਾਂ ਡਾਇਓਡ ਕੰਡਕਟ ਨਹੀਂ ਕਰੇਗਾ। ਜੇ ਡਾਇਓਡ ਕੰਡਕਟ ਨਹੀਂ ਕਰੇਗਾ ਤਾਂ ਇੱਥੇ ਆਪਾਂ ਨੂੰ ਕੋਈ ਵੀ ਆਊਟਪੁੱਟ ਨਹੀਂ ਮਿਲੇਗੀ। ਆਈ ਹੋਪ ਦਿਸ ਵਰਕਿੰਗ ਇਜ਼ ਕਲੀਅਰ ਟੂ ਯੂ, ਕਿਉਂਕਿ ਬੇਟਾ ਫੁੱਲ ਵੇਵ ਰਿਐਕਟੀਫਾਇਰ ਦੇ ਵਿੱਚ ਵੀ ਆਲਮੋਸਟ ਸੇਮ ਵਰਕਿੰਗ ਆਏਗੀ। ਇਸ ਨੂੰ ਬੜੇ ਧਿਆਨ ਦੇ ਨਾਲ ਸਮਝਣਾ ਹੈ। ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਦੋਂ ਪੋਜ਼ਿਟਿਵ ਹਾਫ ਸਾਈਕਲ ਆ ਰਿਹਾ ਹੈ, ਸੈਕੰਡਰੀ ਵਾਈਂਡਿੰਗ ਦੀ ਜਿਹੜੀ ਆਪਾਂ ਸੈਕੰਡਰੀ ਕੋਇਲ ਲੈ ਰਹੇ ਹਾਂ ਉਹਦਾ ਅਪਰ ਕੀ ਹੋਏਗਾ, ਪੋਜ਼ਿਟਿਵ ਹੋਏਗਾ। ਜਦੋਂ ਨੈਗੇਟਿਵ ਹਾਫ ਸਾਈਕਲ ਆਏਗਾ ਉਦੋਂ ਸੈਕੰਡਰੀ ਵਾਈਂਡਿੰਗ ਦਾ ਅਪਰ ਕੀ ਹੋਏਗਾ, ਨੈਗੇਟਿਵ ਹੋਏਗਾ। ਕਲੀਅਰ। ਤਾਂ ਦੇਖੋ ਹੁਣ ਆਊਟਪੁੱਟ ਕਿੱਦਾਂ ਦੀ ਮਿਲੇਗੀ, ਇਹ ਆਪਣੇ ਕੋਲ ਆਲਟਰਨੇਟਿੰਗ ਕਰੰਟ ਹੈ, ਆਲਟਰਨੇਟਿੰਗ ਵੋਲਟੇਜ ਲਗਾ ਲਓ, ਇਨਪੁਟ ਹੈ ਆਪਣੇ ਕੋਲ। ਆਊਟਪੁੱਟ ਦੇਖੋ ਜਦੋਂ ਦਾ ਪੋਜ਼ਿਟਿਵ ਹਾਫ ਸਾਈਕਲ ਸੀ ਉਦੋਂ ਡਾਇਓਡ ਕੰਡਕਟ ਕਰ ਰਿਹਾ ਸੀ ਤਾਂ ਆਪਣੇ ਕੋਲ ਸੇਮ ਤਰੀਕੇ ਦਾ ਜੋ ਇਨਪੁਟ ਸੀ ਉਹੀ ਆਊਟਪੁੱਟ ਆ ਜਾਏਗੀ। ਬਟ ਜਦੋਂ ਨੈਗੇਟਿਵ ਹਾਫ ਸਾਈਕਲ ਆਇਆ, ਨੈਗੇਟਿਵ ਹਾਫ ਸਾਈਕਲ ਵੇਲੇ ਤਾਂ ਡਾਇਓਡ ਕੀ ਸੀ, ਰਿਵਰਸ ਬਾਇਸ ਸੀ। ਜੇ ਡਾਇਓਡ ਰਿਵਰਸ ਬਾਇਸ ਸੀ ਤਾਂ ਕੋਈ ਵੀ ਆਊਟਪੁੱਟ ਨਹੀਂ ਆ ਰਹੀ ਸੀ ਤਾਂ ਇਹ ਕੀ ਹੋ ਜਾਊਗਾ ਬੇਟਾ, ਖਾਲੀ ਹੋ ਜਾਏਗਾ। ਨੈਕਸਟ ਫਿਰ ਪੋਜ਼ਿਟਿਵ ਆਏਗਾ, ਪੋਜ਼ਿਟਿਵ ਵੇਲੇ ਅਗੇਨ ਆਪਣੇ ਕੋਲ ਆਊਟਪੁੱਟ ਆਏਗੀ। ਅਗੇਨ ਫਿਰ ਨੈਗੇਟਿਵ ਹਾਫ ਸਾਈਕਲ ਵੇਲੇ ਡਾਇਓਡ ਕੰਡਕਟ ਨਹੀਂ ਕਰੇਗਾ ਤਾਂ ਆਊਟਪੁੱਟ ਕੀ ਹੋਏਗੀ, ਜ਼ੀਰੋ ਹੋਏਗੀ। ਤਾਂ ਦੇਖੋ ਇਨਪੁੱਟ ਦਾ ਇੱਕ ਹਾਫ ਪੋਰਸ਼ਨ ਨੈਗੇਟਿਵ ਪੋਰਸ਼ਨ ਸਾਰੇ ਕੀ ਹੋ ਗਏ, ਖਤਮ ਹੋ ਗਏ। ਤਾਂ ਜਿਹੜੀ ਆਊਟਪੁੱਟ ਹੈ ਉਹ ਇਨਪੁੱਟ ਦਾ ਕੀ ਹੈ ਬੇਟਾ, ਹਾਫ ਹੈ। ਇਸੀलिए ਇਸ ਰਿਐਕਟੀਫਾਇਰ ਨੂੰ ਆਪਾਂ ਕੀ ਕਹਿੰਦੇ ਆ, ਹਾਫ ਵੇਵ ਰਿਐਕਟੀਫਾਇਰ। ਇਜ਼ ਇਟ ਕਲੀਅਰ।
Now let's move to the full wave rectifier. Full wave rectifier also depends upon the same, it works upon the same principle as that of half wave rectifier. It is based on the principle that a junction diode offers low resistance when forward biased and high resistance when reverse biased. ਜੇ ਸੇਮ ਪ੍ਰਿੰਸੀਪਲ ਹੈ ਫਿਰ ਇਹਨੂੰ ਫੁੱਲ ਵੇਵ ਤੇ ਉਹਨੂੰ ਹਾਫ ਵੇਵ ਕਿਉਂ ਕਹਿੰਦੇ ਆ? ਇੱਕ ਚੀਜ਼ ਦਾ ਫਰਕ ਹੈ, ਉਸ ਦੇ ਵਿੱਚ ਇੱਕ ਡਾਇਓਡ ਲਗਾਇਆ ਸੀ, ਇਹਦੇ ਵਿੱਚ ਆਪਾਂ ਦੋ ਡਾਇਓਡ ਯੂਜ਼ ਕਰਾਂਗੇ। ਕਲੀਅਰ? ਹੁਣ ਦੋ ਡਾਇਓਡ ਲਗਾਉਣ ਦਾ ਕੀ ਫਾਇਦਾ? ਇੱਥੇ ਸੋਚੋ ਬੇਟਾ, ਤਾਂ ਕਿ ਆਪਾਂ ਨੂੰ ਵਰਕਿੰਗ ਕਰਨੀ ਈਜ਼ੀ ਹੋ ਜਾਏ। ਹੁਣ ਦੇਖੋ, ਜਦੋਂ ਇੱਕ ਹਾਫ ਵੇਵ ਰਿਐਕਟੀਫਾਇਰ ਵੇਲੇ ਪੋਜ਼ਿਟਿਵ ਹਾਫ ਵਾਲੇ ਤਾਂ ਡਾਇਓਡ ਕੰਡਕਟ ਕਰ ਰਿਹਾ ਸੀ, ਬਟ ਨੈਗੇਟਿਵ ਹਾਫ ਵੇਲੇ ਡਾਇਓਡ ਵਰਕ ਕਰਨਾ ਬੰਦ ਕਰ ਰਿਹਾ ਸੀ। ਠੀਕ ਹੈ, ਤਾਂ ਹੁਣ ਆਪਾਂ ਇਸ ਹਿਸਾਬ ਦੇ ਨਾਲ ਸੈਟਿੰਗ ਕਰਨੀ ਹੈ, ਇਸ ਹਿਸਾਬ ਦੇ ਨਾਲ ਉਹਦੇ ਕਨੈਕਸ਼ਨ ਲਗਾਉਣੇ ਨੇ ਕਿ ਜਦੋਂ ਪੋਜ਼ਿਟਿਵ ਹਾਫ ਸਾਈਕਲ ਆਵੇ ਤਾਂ ਇੱਕ ਡਾਇਓਡ ਵਰਕ ਕਰੇ, ਜਦੋਂ ਨੈਗੇਟਿਵ ਹਾਫ ਸਾਈਕਲ ਆਵੇ ਉਦੋਂ ਦੂਸਰਾ ਡਾਇਓਡ ਵੀ ਵਰਕ ਕਰੇ। ਤਾਂ ਜੇ ਪੋਜ਼ਿਟਿਵ ਵੇਲੇ 1 ਡਾਇਓਡ ਵਰਕ ਕਰ ਰਿਹਾ ਹੈ, ਨੈਗੇਟਿਵ ਵੇਲੇ ਸੈਕਿੰਡ ਡਾਇਓਡ ਵਰਕ ਕਰੇਗਾ, ਤਾਂ ਆਪਾਂ ਨੂੰ ਦੋਨਾਂ ਡਾਇਓਡਸ ਦੀ ਆਊਟਪੁੱਟ ਮਿਲਦੀ ਰਹੇਗੀ। ਕਲੀਅਰ? ਹੁਣ ਦੇਖਦੇ ਹਾਂ ਆਪਾਂ ਕਿ ਇਹਦਾ ਸਰਕਿਟ ਡਾਇਗਰਾਮ ਕੀ ਹੈ। ਦੇਖੋ, ਆਹ AC ਇਨਪੁਟ ਆ ਰਹੀ ਹੈ, ਇੱਥੇ ਅਗੇਨ ਉਹ ਪ੍ਰਾਇਮਰੀ ਤੇ ਸੈਕੰਡਰੀ ਕੋਇਲ ਲਗਾਈ ਹੈ ਆਪਾਂ। ਹੁਣ ਇੱਥੇ ਡਾਇਓਡ ਇੱਕ D1 ਪਹਿਲਾਂ ਵੀ ਲੱਗਿਆ ਹੋਇਆ ਸੀ ਹਾਫ ਵੇਵ 'ਚ, ਇੱਥੇ ਇੱਕ ਡਾਇਓਡ ਹੋਰ ਲਗਾਤਾ ਆਪਾਂ D2। ਤੇ ਹੁਣ ਲੋਡ ਰੈਜ਼ਿਸਟੈਂਸ ਦੇਖੋ ਬੇਟਾ, ਪਹਿਲਾਂ ਲੋਡ ਰੈਜ਼ਿਸਟੈਂਸ ਆਪਾਂ ਇੱਥੇ ਲਗਾਇਆ ਸੀ, ਠੀਕ ਹੈ, ਇਸ ਵਾਲੀ ਆਰਮ 'ਚ। ਹੁਣ ਲੋਡ ਰੈਜ਼ਿਸਟੈਂਸ ਆਪਾਂ ਇੱਥੇ ਸੈਂਟਰ ਤੇ ਲਗਾਉਣਾ ਹੈ। ਇੱਥੇ ਦੇਖੋ, ਤਾਂ ਹੀ ਆਪਾਂ ਸੈਂਟਰ ਟੈਪ ਵੀ ਲਿਖਿਆ। ਸੈਂਟਰ ਟੈਪ ਮਤਲਬ ਬਿਲਕੁਲ ਉਹ ਸੈਂਟਰ ਦੇ ਵਿੱਚ ਹੋਣਾ ਚਾਹੀਦਾ ਹੈ ਲੋਡ ਰੈਜ਼ਿਸਟੈਂਸ। ਤਾਂ ਹੁਣ ਸੇਮ ਤਰੀਕੇ ਨਾਲ ਆਪਾਂ ਫੁੱਲ ਵੇਵ ਰੈਕਟੀਫਾਇਰ ਦੀ ਵੀ ਵਰਕਿੰਗ ਦੇਖਾਂਗੇ ਕਿ ਕਿਵੇਂ ਪੋਜ਼ਿਟਿਵ ਹਾਫ ਸਾਈਕਲ ਵੇਲੇ ਉਹ ਵਰਕ ਕਰੇਗਾ, ਕਿਹੜਾ ਡਾਇਓਡ ਵਰਕ ਕਰੇਗਾ, ਤੇ ਕਿਵੇਂ ਨੈਗੇਟਿਵ ਸਾਈਕਲ ਵੇਲੇ ਦੋਨਾਂ ਚੋਂ ਕਿਹੜਾ ਡਾਇਓਡ ਵਰਕ ਕਰੇਗਾ। ਲੈਟਸ ਸੀ ਨਾਓ ਵਰਕਿੰਗ ਆਫ ਫੁੱਲ ਵੇਵ ਰਿਐਕਟੀਫਾਇਰ। ਤਾਂ ਆਪਾਂ ਕਿਹੜਾ ਲੈ ਰਹੇ ਹਾਂ? ਡਿਊਰਿੰਗ ਪੋਜ਼ਿਟਿਵ ਹਾਫ ਸਾਈਕਲ। ਬੇਟਾ ਚੀਜ਼ ਉਵੇਂ ਯਾਦ ਰੱਖਣੀ ਹੈ ਕਿ ਜਦੋਂ ਪੋਜ਼ਿਟਿਵ ਹਾਫ ਸਾਈਕਲ ਆਏਗਾ ਤਾਂ ਅਪਰ ਸੈਕੰਡਰੀ ਕੋਇਲ ਦਾ ਅਪਰ ਕੀ ਹੋਏਗਾ? ਪੋਜ਼ਿਟਿਵ। ਪੋਜ਼ਿਟਿਵ ਹਾਫ ਸਾਈਕਲ ਵੇਲੇ ਹੋਏਗਾ ਪੋਜ਼ਿਟਿਵ। ਜਦੋਂ ਨੈਗੇਟਿਵ ਹਾਫ ਸਾਈਕਲ ਆਏਗਾ ਉਦੋਂ ਅਪਰ ਕੀ ਹੋਏਗਾ ਬੇਟਾ? ਨੈਗੇਟਿਵ ਹੋਏਗਾ। ਕਲੀਅਰ? ਹੁਣ ਤੁਸੀਂ ਇਸੇ ਡਾਇਗਰਾਮ ਨੂੰ ਦੇਖ ਕੇ ਸਮਝੋ ਕਿ ਆਪਾਂ ਇੱਥੇ ਇਨਪੁਟ ਲਗਾਈ, ਕਿਹੜਾ ਸਾਈਕਲ ਆ ਰਿਹਾ ਹੈ? ਪੋਜ਼ਿਟਿਵ। ਡਾਇਓਡ ਕੀ ਕਰਤਾ? ਜਦੋਂ ਅਪਰ ਵਾਈਂਡਿੰਗ ਪੋਜ਼ਿਟਿਵ ਹੋਏਗੀ ਤਾਂ ਦੇਖੋ ਪੋਜ਼ਿਟਿਵ ਨਾਲ ਹੀ ਕਨੈਕਟਡ ਹੈ। ਕਲੀਅਰ? ਤਾਂ ਦੇਖੋ, ਜੇ ਪੋਜ਼ਿਟਿਵ ਨਾਲ ਕਨੈਕਟਡ ਹੈ ਤਾਂ ਦੂਸਰਾ ਟਰਮੀਨਲ ਤਾਂ ਓਬਵੀਅਸਲੀ ਕੀ ਹੋਏਗਾ ਬੇਟਾ? ਕੰਪੈरेटिवली ਨੈਗੇਟਿਵ ਦੇ ਨਾਲ ਹੀ ਕਨੈਕਟਡ ਹੋਏਗਾ। ਪੋਜ਼ਿਟਿਵ ਨਾਲ, ਨੈਗੇਟਿਵ ਦੇ ਨਾਲ, ਤਾਂ ਡਾਇਓਡ ਕੀ ਕਰੇਗਾ? ਫਾਰਵਰਡ ਬਾਇਸ 'ਚ ਹੋਏਗਾ ਤੇ ਡਾਇਓਡ ਕੀ ਕਰੇਗਾ? ਕੰਡਕਟ ਕਰੇਗਾ। ਡਾਇਓਡ ਕੰਡਕਟ ਕਰੇਗਾ ਤਾਂ ਕਰੰਟ ਫਲੋ ਕਰੇਗਾ। ਕਰੰਟ ਦੀ ਡਾਇਰੈਕਸ਼ਨ ਕਿਸ ਸਾਈਡ ਹੁੰਦੀ ਹੈ ਬੇਟਾ? ਪੋਜ਼ਿਟਿਵ ਟੂ ਨੈਗੇਟਿਵ। ਤਾਂ ਇੱਦਾਂ ਸਰਕਲ ਪੂਰਾ ਹੋਏਗਾ। ਤਾਂ ਇਸ ਲੋਡ ਰੈਜ਼ਿਸਟੈਂਸ ਤੇ ਆਪਾਂ ਨੂੰ ਕੀ ਮਿਲ ਜੇਗੀ? ਆਊਟਪੁੱਟ ਮਿਲੇਗੀ। ਹੁਣ ਜੇ ਡਾਇਓਡ D2 ਦੀ ਗੱਲ ਕਰੀਏ, ਦੇਖੋ ਇੱਥੇ ਨੈਗੇਟਿਵ ਹੈ, ਆ ਨੈਗੇਟਿਵ ਡਾਇਓਡ ਦੇ ਪੋਜ਼ਿਟਿਵ ਨਾਲ ਕਨੈਕਟਡ ਹੈ, ਤਾਂ ਪੋਜ਼ਿਟਿਵ ਨੈਗੇਟਿਵ ਦੇ ਨਾਲ ਕਨੈਕਟਡ ਹੈ, ਤਾਂ ਇਹ ਡਾਇਓਡ ਕੀ ਹੋਏਗਾ ਬੇਟਾ? ਰਿਵਰਸ ਬਾਇਸ ਹੋਏਗਾ। D2 ਜੇ ਰਿਵਰਸ ਬਾਇਸਡ ਹੈ ਤਾਂ ਇਹ ਕੰਡਕਟ ਨਹੀਂ ਕਰੇਗਾ ਤਾਂ ਇਸ ਡਾਇਓਡ ਕਰਕੇ ਕੋਈ ਵੀ ਕਰੰਟ ਨਹੀਂ ਹੋਏਗਾ। ਆਈ ਹੋਪ ਕਿ ਤੁਹਾਨੂੰ ਸਮਝ ਆ ਰਿਹਾ ਹੈ। ਦੇਖੋ ਇੱਕ ਵਾਰ ਫੇਰ ਆਪਾਂ ਰੀਡ ਕਰਦੇ ਹਾਂ। ਸੈਕੰਡਰੀ ਵਾਈਂਡਿੰਗ ਦਾ ਅਪਰ ਪੋਰਸ਼ਨ ਕੀ ਹੋਏਗਾ? ਪੋਜ਼ਿਟਿਵ। ਲੋਅਰ ਕੀ ਹੋਏਗਾ ਬੇਟਾ? ਨੈਗੇਟਿਵ। D1 ਕੀ ਹੋਏਗਾ? ਫਾਰਵਰਡ ਬਾਇਸ। ਜੇ ਫਾਰਵਰਡ ਬਾਇਸ ਹੈ ਤੇ ਕੀ ਕਰੇਗਾ? ਕੰਡਕਟ ਕਰੇਗਾ। ਬਟ ਜਿਹੜਾ D2 ਹੈ ਉਹ ਕੀ ਹੋਏਗਾ? ਰਿਵਰਸ ਬਾਇਸਡ। ਜੇ ਰਿਵਰਸ ਬਾਇਸਡ ਹੈ ਤਾਂ ਇਹ ਕੰਡਕਟ ਨਹੀਂ ਕਰੇਗਾ। ਤਾਂ ਜਿਹੜੀ ਇਨਪੁਟ ਵੋਲਟੇਜ ਹੈ ਕਿੱਥੇ ਮਿਲੇਗੀ ਆਪਾਂ ਨੂੰ? ਲੋਡ ਰੈਜ਼ਿਸਟੈਂਸ ਤੇ, RL ਤੇ ਮਿਲ ਜੇਗੀ। ਠੀਕ ਹੈ, ਜਿਹੜਾ ਇਹ ਡਾਇਰੈਕਸ਼ਨ ਆਪਾਂ ਐਰੋਜ਼ ਦੀ ਦਿੱਤੀ ਹੋਈ ਹੈ, ਡਾਇਰੈਕਸ਼ਨ ਕਿਹਦੀ ਹੈ? ਕਰੰਟ ਦੀ ਡਾਇਰੈਕਸ਼ਨ। ਹੁਣ ਬੇਟਾ ਲੋਡ ਰੈਜ਼ਿਸਟੈਂਸ 'ਚ ਮਾੜਾ ਜਿਹਾ ਧਿਆਨ ਰੱਖੋ ਕਿ ਡਾਇਰੈਕਸ਼ਨ ਕਿੱਧਰ ਹੈ? ਰਾਈਟ ਟੂ ਲੈਫਟ। ਇਹ ਮੈਂ ਕਿਉਂ ਦੱਸ ਰਹੀ ਹਾਂ
क्योंकि ਆਪਾਂ ਜਦੋਂ ਨੈਕਸਟ ਨੈਗੇਟਿਵ ਹਾਫ ਸਾਈਕਲ ਕਰਾਂਗੇ ਫਿਰ ਆਪਾਂ ਉਹਦੇ ਵਿੱਚ ਵੀ ਦੇਖਾਂਗੇ ਕਿ ਲੋਡ ਰੈਜ਼ਿਸਟੈਂਸ 'ਚ ਕਰੰਟ ਦੀ ਡਾਇਰੈਕਸ਼ਨ ਕਿੱਧਰ ਹੋਏਗੀ। ਕਲੀਅਰ? ਤਾਂ ਹੁਣ ਦੇਖੋ ਨਾਓ ਨੈਗੇਟਿਵ ਹਾਫ ਸਾਈਕਲ ਵੇਲੇ ਅਪਰ ਬਾਈਂਡਿੰਗ ਸੈਕੰਡਰੀ ਦਾ ਅਪਰ ਪੋਰਸ਼ਨ ਕੀ ਹੋਏਗਾ ਨੈਗੇਟਿਵ, ਲੋਅਰ ਕੀ ਹੋਏਗਾ ਬੇਟਾ ਪੋਜ਼ਿਟਿਵ ਨਾਲ ਕਨੈਕਟਡ ਹੈ ਤਾਂ ਇਹ ਕੀ ਹੋ ਜਾਏਗਾ ਫਾਰਵਰਡ ਬਾਇਸਡ, ਬਟ ਇੱਥੇ ਦੇਖੋ ਨੈਗੇਟਿਵ ਪੋਜ਼ਿਟਿਵ ਨਾਲ ਕਨੈਕਟਡ ਹੈ ਤਾਂ ਇਹ ਕੀ ਹੋਏਗਾ ਰਿਵਰਸ ਬਾਇਸ। ਤਾਂ D1 ਕੰਡਕਟ ਨਹੀਂ ਕਰੇਗਾ ਬਟ T2 ਡਾਇਓਡ ਕੀ ਕਰੇਗਾ ਵਰਕ ਕਰੇਗਾ। ਜੇ ਇਹ ਵਰਕ ਕਰੇਗਾ ਤਾਂ ਇਹਦੇ ਵਿੱਚ ਕਰੰਟ ਫਲੋ ਕਰੇਗਾ ਪੋਜ਼ਿਟਿਵ ਟੂ ਨੈਗੇਟਿਵ। ਡਾਇਓਡ ਦੇ ਵਿੱਚ ਇੱਦਾਂ ਹੀ ਯਾਦ ਰੱਖੋ ਬੇਟਾ, ਜੇ ਤੁਹਾਨੂੰ ਡਾਇਰੈਕਸ਼ਨ ਦੀ ਸਮਝ ਨਹੀਂ ਆ ਰਹੀ, ਡਾਇਓਡ ਦਾ ਹਰ ਟ੍ਰਾਇੰਗਲ ਪੋਜ਼ਿਟਿਵ ਹੈ, ਇਹ ਕੀ ਹੈ ਲਾਈਨ ਨੈਗੇਟਿਵ, ਤਾਂ ਹਮੇਸ਼ਾ ਇਸ ਐਰੋ ਦੇ ਅਲੋਂਗ ਹੀ ਕਰੰਟ ਫਲੋ ਕਰੇਗਾ ਪੋਜ਼ਿਟਿਵ ਟੂ ਨੈਗੇਟਿਵ। ਤਾਂ ਸਰਕਿਟ ਪੂਰਾ ਕਰਕੇ RL ਦੇ ਵਿੱਚ ਇੱਦਾਂ ਕਰੰਟ ਫਲੋ ਕਰੇਗਾ। ਤਾਂ ਹੁਣ ਇਹਦੇ ਵਿੱਚ ਵੀ ਦੇਖੋ ਆਊਟਪੁੱਟ ਜੋ ਆਪਾਂ ਨੂੰ ਮਿਲ ਰਹੀ ਹੈ ਲੋਡ ਰੈਜ਼ਿਸਟੈਂਸ ਦੇ ਵਿੱਚ, ਉਹਦੀ ਡਾਇਰੈਕਸ਼ਨ ਕੀ ਹੈ ਰਾਈਟ ਟੂ ਲੈਫਟ। ਪਹਿਲਾਂ ਵੀ ਕੀ ਸੀ ਆਪਣੇ ਕੋਲ ਰਾਈਟ ਟੂ ਲੈਫਟ। ਤਾਂ ਦੋਨੋਂ ਕੇਸਿਸ ਦੇ ਵਿੱਚ ਚਾਹੇ ਪੋਜ਼ਿਟਿਵ ਹਾਫ ਸਾਈਕਲ ਹੋਵੇ ਚਾਹੇ ਨੈਗੇਟਿਵ ਹਾਫ ਸਾਈਕਲ ਹੋਵੇ, ਦੋਨਾਂ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਕੀ ਹੋਊਗੀ ਸੇਮ ਹੋਊਗੀ। ਜਿਹੜੀ ਆਊਟਪੁੱਟ ਆਪਾਂ ਨੂੰ ਮਿਲ ਰਹੀ ਹੈ ਉਹਦੀ ਡਾਇਰੈਕਸ਼ਨ ਕੀ ਹੋਏਗੀ ਬੇਟਾ ਸੇਮ ਹੋਏਗੀ। ਕਲੀਅਰ? ਤਾਂ ਫੁੱਲ ਵੇਵ ਰਿਐਕਟੀਫਾਇਰ ਦੇ ਵਿੱਚ ਦੋਨੋਂ ਹਾਫ ਸਾਈਕਲ ਵੇਲੇ ਕੋਈ ਨਾ ਕੋਈ ਡਾਇਓਡ ਵਰਕ ਜ਼ਰੂਰ ਕਰੇਗਾ ਤੇ ਆਪਾਂ ਨੂੰ ਆਊਟਪੁੱਟ ਵੀ ਦੋਨੋਂ ਹਾਫ ਸਾਈਕਲ ਤੇ ਮਿਲੇਗੀ। ਇਸੇ ਲਈ ਇਸ ਡਾਇਓਡ ਨੂੰ ਆਪਾਂ ਇਸ ਰਿਐਕਟੀਫਾਇਰ ਨੂੰ ਆਪਾਂ ਕੀ ਕਹਿੰਦੇ ਆ ਫੁੱਲ ਵੇਵ ਰਿਐਕਟੀਫਾਇਰ। ਤਾਂ ਇੱਥੇ ਵੀ ਪੜ੍ਹ ਸਕਦੇ ਹੋ ਤੁਸੀਂ D1 ਕੀ ਹੋਏਗਾ ਰਿਵਰਸ ਬਾਇਸਡ, D2 ਕੀ ਹੋਏਗਾ ਫਾਰਵਰਡ ਬਾਇਸਡ। ਜੇ D2 ਫਾਰਵਰਡ ਬਾਇਸ ਹੈ ਤਾਂ ਇਹ ਕੀ ਕਰੇਗਾ ਕੰਡਕਟ ਕਰੇਗਾ ਤੇ ਆਪਾਂ ਨੂੰ ਲੋਡ ਰੈਜ਼ਿਸਟੈਂਸ ਦੇ ਅਕ੍ਰੋਸ ਕੀ ਮਿਲ ਜੇਗੀ ਬੇਟਾ ਆਊਟਪੁੱਟ ਮਿਲ ਜੇਗੀ। ਤੇ ਜਿਹੜੀ ਵੀ ਡਾਇਰੈਕਸ਼ਨ ਆਪਾਂ ਦਿਖਾ ਰਹੇ ਹਾਂ ਐਰੋਜ਼ ਦੇ ਨਾਲ ਉਹ ਕਿਹਦੀ ਡਾਇਰੈਕਸ਼ਨ ਹੈ ਕਰੰਟ ਦੀ ਡਾਇਰੈਕਸ਼ਨ। ਤੇ ਇਹ ਵੀ ਯਾਦ ਰੱਖੋ ਦੋਨੋਂ ਕੇਸਿਸ ਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਹਾਫ ਸਾਈਕਲ ਵੇਲੇ ਜਿਹੜੀ ਆਊਟਪੁੱਟ ਦੀ ਡਾਇਰੈਕਸ਼ਨ ਹੈ ਆਊਟਪੁੱਟ ਕਰੰਟ ਦੀ ਡਾਇਰੈਕਸ਼ਨ ਹੈ ਉਹ ਕੀ ਹੈ ਸੇਮ ਹੈ ਫਰੋਮ ਰਾਈਟ ਟੂ ਲੈਫਟ। ਤਾਂ ਇਹਦੀ ਆਊਟਪੁੱਟ ਵੇਵ ਫਾਰਮ ਕਿਵੇਂ ਬਣੇਗੀ ਦੇਖੋ, ਇਹ ਕੀ ਹੈ ਆਪਣੇ ਕੋਲ ਇਨਪੁੱਟ। ਪਹਿਲਾਂ ਆਪਾਂ ਇਕੱਲੇ ਪੋਜ਼ਿਟਿਵ ਹਾਫ ਸਾਈਕਲ ਦੀ ਗੱਲ ਕਰ ਰਹੇ ਹਾਂ। ਪੋਜ਼ਿਟਿਵ ਹਾਫ ਸਾਈਕਲ ਵੇਲੇ ਡਾਇਓਡ D1 ਵਰਕ ਕਰ ਰਿਹਾ ਸੀ ਤਾਂ ਸਿਰਫ ਇਹਦੀ ਆਊਟਪੁੱਟ ਮਿਲੇਗੀ ਆਪਾਂ ਨੂੰ, ਇਹਦੀ ਨੈਗੇਟਿਵ ਦੀ ਆਪਾਂ ਨੂੰ ਆਊਟਪੁੱਟ ਨਹੀਂ ਮਿਲੇਗੀ। ਬਟ ਨੈਗੇਟਿਵ ਹਾਫ ਸਾਈਕਲ ਵੇਲੇ ਕਿਹੜਾ ਡਾਇਓਡ ਵਰਕ ਕਰ ਰਿਹਾ ਸੀ D2 ਤੇ ਆਊਟਪੁੱਟ ਆ ਜਾਏਗੀ ਆਪਣੇ ਕੋਲ। ਬਟ ਇਹ ਦੋਨੋਂ ਸੇਮ ਡਾਇਰੈਕਸ਼ਨ 'ਚ ਕਿਉਂ ਨੇ, ਇਹ ਵੀ ਪੋਜ਼ਿਟਿਵ 'ਚ ਇਹ ਵੀ ਪੋਜ਼ਿਟਿਵ 'ਚ ਕਿਉਂ? ਕਿਉਂਕਿ ਆਪਾਂ ਹੁਣੇ ਦੇਖਿਆ ਬੇਟਾ ਕਿ ਜਿਹੜੀ ਕਰੰਟ ਦੀ ਡਾਇਰੈਕਸ਼ਨ ਸੀ ਉਹ ਦੋਨੋਂ D1 ਤੇ D2 ਜਦੋਂ ਦੋਨੋਂ ਕੰਡਕਟ ਕਰ ਰਹੇ ਸੀ ਦੋਨਾਂ ਵੇਲੇ ਕੀ ਸੀ ਸੇਮ ਸੀ। ਤਾਂ ਦੋਨੋਂ ਵੇਲੇ ਕੀ ਰਹੂਗੀ ਉਹ ਪੋਜ਼ਿਟਿਵ ਰਹੂਗੀ। ਤਾਂ ਜੇ ਆਪਾਂ ਕੰਬਾਈਨ ਆਊਟਪੁੱਟ ਦੇਖੀਏ ਤਾਂ ਸਾਰੀ ਕੰਬਾਈਨ ਆਊਟਪੁੱਟ ਆਪਣੇ ਕੋਲ ਇੱਦਾਂ ਆ ਜਾਏਗੀ, ਕਿਤੇ ਵੀ ਕੋਈ ਵੀ ਪੋਰਸ਼ਨ ਮਿਸ ਨਹੀਂ ਹੈ, ਸਾਰੀ ਦੀ ਸਾਰੀ ਆਊਟਪੁੱਟ ਆਪਾਂ ਨੂੰ ਮਿਲ ਰਹੀ ਹੈ, ਜਿੰਨੀ ਇਨਪੁੱਟ ਸੀ ਉਨੀ ਆਊਟਪੁੱਟ ਮਿਲ ਰਹੀ ਹੈ। ਪਰ ਫਰਕ ਕੀ ਪਿਆ ਦੇਖੋ, ਇਹ ਆਲਟਰਨੇਟ ਸੀ ਕਦੇ ਪੋਜ਼ਿਟਿਵ ਕਦੇ ਨੈਗੇਟਿਵ, ਬਟ ਰਿਐਕਟੀਫਾਇਰ ਤੋਂ ਜਾਣ ਤੋਂ ਬਾਅਦ ਇੱਕ ਸਾਰੀ ਦੀ ਸਾਰੀ ਕਿਸ ਡਾਇਰੈਕਸ਼ਨ 'ਚ ਹੋਗੀ ਪੋਜ਼ਿਟਿਵ ਦੇ ਵਿੱਚ। ਠੀਕ ਹੈ, ਇਹ ਪੂਰੀ ਤਰ੍ਹਾਂ ਤਾਂ DC ਨਹੀਂ ਬਣੀ, ਦੇਖੋ ਇਹ ਪਲਸਿਸ ਨੇ, ਡਾਇਰੈਕਟ ਕਰੰਟ ਦਾ ਇੱਕ ਲਾਈਨ ਹੁੰਦਾ ਬਿਲਕੁਲ ਸਟ੍ਰੇਟ, ਤਾਂ ਇਹ ਪੂਰੀ ਦੀ ਤਰ੍ਹਾਂ AC ਟੂ DC ਕਨਵਰਟ ਨਹੀਂ ਹੋਇਆ ਬਟ ਕੁਛ ਫਰਕ ਪੈ ਗਿਆ। ਹੁਣ ਉਹ ਜਿਹੜਾ ਆਲਟਰਨੇਟ ਪੋਜ਼ਿਟਿਵ ਨੈਗੇਟਿਵ ਇੱਦਾਂ ਜਾ ਰਿਹਾ ਸੀ ਹੁਣ ਓਨਾ ਕੁ ਫਰਕ ਪੈ ਗਿਆ। ਕਲੀਅਰ? ਤਾਂ ਬਟ ਆਪਾਂ ਰੈਕਟੀਫਾਇਰ ਤਾਂ ਕਿਹਾ ਸੀ ਕਿ AC ਨੂੰ ਕੰਪਲੀਟ ਉਹ DC 'ਚ ਕਨਵਰਟ ਕਰਦਾ, ਬਟ ਇੱਥੇ ਤਾਂ ਆਪਾਂ ਦੇਖਿਆ ਹਾਫ ਵੇਲੇ ਤਾਂ ਇੱਕ ਹਾਫ ਫਾਰਮ ਆਪਣੇ ਕੋਲ ਆਊਟਪੁੱਟ ਦੀ ਮਿਸ ਸੀ, ਬਟ ਫੁੱਲ ਵੇਵ ਵੇਲੇ ਦੋਨੋਂ ਆਊਟਪੁੱਟ ਆਪਾਂ ਨੂੰ ਦੋਨਾਂ ਦੇ ਅਕ੍ਰੋਸ ਮਿਲ ਰਹੀ ਹੈ। ਬਟ ਹਲੇ ਵੀ ਇੱਥੇ ਕੀ ਬਣ ਰਹੇ ਨੇ ਬੇਟਾ ਪਲਸਿਸ ਬਣ ਰਹੇ ਨੇ। ਹੁਣ ਇਹਨਾਂ ਪਲਸਿਸ ਨੂੰ ਦੂਰ ਕਰਨ ਵਾਸਤੇ ਕੀ ਯੂਜ਼ ਕੀਤੇ ਜਾਂਦੇ ਨੇ ਫਿਲਟਰ ਸਰਕਿਟ। ਦੇਖੋ ਜਿਹੜੀ ਵੀ ਰਿਐਕਟੀਫਾਇਰ ਦੀ ਆਊਟਪੁੱਟ ਹੁੰਦੀ ਹੈ ਉਹਨੂੰ ਫਿਲਟਰ ਸਰਕਿਟ ਦੇ ਵਿੱਚ ਪਾਏ ਜਾਂਦੇ ਆ। ਫਿਲਟਰ ਸਰਕਿਟ ਕਿਹਨਾਂ ਨੂੰ ਫਿਲਟਰ ਸਰਕਿਟ ਕਹਿੰਦੇ ਆ ਆਪਾਂ ਦੇਖੋ, ਕੰਬੀਨੇਸ਼ਨ ਜਿਹੜੇ ਇਹ ਫਿਲਟਰ ਸਰਕਿਟ ਹੁੰਦੇ ਕੰਬੀਨੇਸ਼ਨ ਹੁੰਦੇ ਨੇ ਕਿਹਦੇ ਕਪੈਸਿਟਰ ਤੇ ਲੋਡ ਰੈਜ਼ਿਸਟੈਂਸ ਦੇ ਵੀ ਕੰਬੀਨੇਸ਼ਨ ਹੋ ਸਕਦਾ,
ਜਾਂ ਇੰਡਕਟਰ ਤੇ ਲੋਡ ਰੈਜ਼ਿਸਟੈਂਸ ਦਾ ਕੰਬੀਨੇਸ਼ਨ ਹੋ ਸਕਦਾ ਹੈ। ਮਤਲਬ ਆਪਾਂ ਨੂੰ ਵਿੱਚ ਇੱਕ ਕਪੈਸਿਟਰ ਜਾਂ ਲੋਡ ਇੰਡਕਟਰ ਲਗਾਉਣਾ ਪਏਗਾ। ਲੋਡ ਰੈਜ਼ਿਸਟੈਂਸ ਤਾਂ ਹੋਏਗਾ ਹੀ ਹੋਏਗਾ ਜਿਹਦੇ ਤੇ ਆਪਾਂ ਨੂੰ ਆਊਟਪੁੱਟ ਮਿਲੇਗੀ। ਪਰ ਹੁਣ ਲਗਾਉਣ ਦਾ ਕੀ ਤਰੀਕਾ ਹੈ? ਜਿਹੜਾ ਕਪੈਸਿਟਰ ਹੈ ਉਹ ਤਾਂ ਰਿਐਕਟੀਫਾਇਰ ਦੇ ਲੱਗੇਗਾ ਪੈਰਲਲ, ਬਟ ਜਿਹੜਾ ਇੰਡਕਟਰ ਹੈ ਉਹ ਕੀ ਲੱਗੇਗਾ? ਸੀਰੀਜ਼ ਦੇ ਵਿੱਚ। ਹੁਣ ਇਹਨਾਂ ਨੂੰ ਕਿਉਂ ਲਗਾ ਰਹੇ ਹਾਂ ਬੇਟਾ? ਯਾਦ ਕਰੋ 4th ਯੂਨਿਟ ਦੇ ਵਿੱਚ ਆਪਾਂ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਕਪੈਸਿਟਰ ਤੇ ਇੰਡਕਟਰ ਕੋਈ ਇੱਕ, ਜਿਵੇਂ ਕਪੈਸਿਟਰ ਡੀਸੀ ਨੂੰ ਬਲੌਕ ਕਰਦਾ ਹੈ ਜਾਂ ਇੰਡਕਟਰ ਨੂੰ ਬਲੌਕ ਕਰਦਾ ਹੈ। ਆਈ ਇੰਡਕਟਰ ਦੀ ਗੱਲ ਕੀਤੀ ਸੀ ਆਪਾਂ ਕਿ ਉਹ ਏਸੀ ਨੂੰ ਬਲੌਕ ਕਰੇਗਾ ਜਾਂ ਡੀਸੀ ਨੂੰ ਬਲੌਕ ਕਰੇਗਾ। ਥੋੜਾ ਰਿਵਾਈਜ਼ ਕਰੋ ਇਸ ਚੀਜ਼ ਨੂੰ। ਹੁਣ ਇੱਥੇ ਮੈਂ ਦੱਸਦੀ ਹਾਂ, ਇੱਥੇ ਆਪਾਂ ਕੀ ਲਗਾਇਆ? ਕਪੈਸਿਟਰ। ਕਪੈਸਿਟਰ ਕੀ ਕਰਦਾ ਬੇਟਾ? ਏਸੀ ਕੰਪੋਨੈਂਟ ਨੂੰ ਆਪਦੇ ਵਿੱਚੋਂ ਪਾਸ ਕਰਨ ਦਿੰਦਾ, ਬਟ ਡੀਸੀ ਨੂੰ ਕੀ ਕਰ ਦਿੰਦਾ? ਬਲੌਕ ਕਰ ਦਿੰਦਾ। ਇਸ ਤੋਂ ਉਲਟ ਇੰਡਕਟਰ ਕੀ ਕਰਦਾ? ਇੰਡਕਟਰ ਆਪਦੇ ਚੋਂ ਡੀਸੀ ਨੂੰ ਪਾਸ ਕਰਨ ਦਿੰਦਾ, ਬਟ ਇੰਡਕਟਰ ਨੂੰ ਕੀ ਆਲਟਰਨੇਟਿੰਗ ਕਰੰਟ ਨੂੰ ਕੀ ਕਰ ਦਿੰਦਾ? ਬਲੌਕ ਕਰ ਦਿੰਦਾ। ਤਾਂ ਦੇਖੋ ਇੱਥੇ ਆਪਾਂ ਇਕੱਲਾ ਕਪੈਸਿਟਰ ਲਗਾਇਆ ਹੋਇਆ, ਤਾਂ ਜਦੋਂ ਇਹਦੀ ਆਊਟਪੁੱਟ ਆਏਗੀ ਪਲਸਿਸ ਦੀ ਫਾਰਮ ਦੇ ਵਿੱਚ, ਜਿਹੜੀਆਂ ਉਹ ਪਲਸਿਸ ਨੇ ਇੱਕ ਹਿਸਾਬ ਨਾਲ ਆਲਟਰੇਸ਼ਨ ਹੀ ਹੈ, ਏਸੀ ਕੰਪੋਨੈਂਟ ਹੀ ਹੈ, ਤਾਂ ਹੀ ਪਲਸਿਸ ਬਣ ਰਹੀ ਹੈ। ਤਾਂ ਉਹਦਾ ਏਸੀ ਕੰਪੋਨੈਂਟ ਕਿੱਧਰ ਚਲ ਜਾਏਗਾ? ਕਪੈਸਿਟਰ ਦੇ ਵਿੱਚ। ਤਾਂ ਉਹਦਾ ਡੀਸੀ ਕੰਪੋਨੈਂਟ ਕਿੱਧਰ ਚਲ ਜਾਏਗਾ ਬੇਟਾ? ਕਿਉਂਕਿ ਡੀਸੀ ਕੰਪੋਨੈਂਟ ਨੂੰ ਤਾਂ ਕਪੈਸਿਟਰ ਆਪਣੇ ਚੋਂ ਜਾਣ ਹੀ ਨਹੀਂ ਦੇਗਾ। ਉਹ ਡੀਸੀ ਕੰਪੋਨੈਂਟ ਕੀ ਚਲ ਜਾਏਗਾ? ਸਿੱਧਾ ਉਹ ਸਾਰਾ ਕਿਹਦੇ ਵਿੱਚ ਚਲ ਜਾਏਗਾ? ਆਪਾਂ ਨੂੰ ਲੋਡ ਰੈਜ਼ਿਸਟੈਂਸ ਤੇ ਐਜ਼ ਏ ਆਊਟਪੁੱਟ ਮਿਲੇਗਾ। ਕਲੀਅਰ? ਤੁਸੀਂ ਇੰਨਾ ਚਾਹੇ ਇਹਨੂੰ ਸਰਕਿਟ ਨੂੰ ਜਾਂ ਇਹਦੀਆਂ ਆਊਟਪੁੱਟਸ ਨੂੰ ਨਾ ਯਾਦ ਰੱਖੋ, ਸਿਰਫ ਇਹ ਯਾਦ ਰੱਖੋ ਕਿ ਫਿਲਟਰ ਸਰਕਿਟ ਕੀ ਹੁੰਦੇ ਨੇ। ਫਿਲਟਰ ਸਰਕਿਟ ਹੁੰਦੇ ਨੇ ਕੰਬੀਨੇਸ਼ਨ ਬੇਟਾ, ਕਪੈਸਿਟਰ ਪਲਸ ਲੋਡ ਰੈਜ਼ਿਸਟੈਂਸ ਔਰ ਇੰਡਕਟਰ ਪਲਸ ਲੋਡ ਰੈਜ਼ਿਸਟੈਂਸ। ਬਸ ਲਗਾਉਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ। ਕਪੈਸਿਟਰ ਕਿਹਦੇ ਵਿੱਚ ਲੱਗਦਾ? ਪੈਰਲਲ 'ਚ ਲੋਡ ਰੈਜ਼ਿਸਟੈਂਸ ਦੇ, ਬਟ ਇੰਡਕਟਰ ਕਾਹਦੇ ਵਿੱਚ ਲੱਗਦਾ? ਸੀਰੀਜ਼ ਦੇ ਵਿੱਚ ਲੋਡ ਰੈਜ਼ਿਸਟੈਂਸ ਦੇ। ਠੀਕ ਹੈ, ਤੁਹਾਨੂੰ ਖੁਦ ਹੀ ਯਾਦ ਰਹੂਗਾ। ਸੀਰੀਜ਼ ਦੇ ਵਿੱਚ ਲੱਗਿਆ ਹੋਇਆ, ਆਪਾਂ ਨੂੰ ਆਊਟਪੁੱਟ ਕੀ ਚਾਹੀਦੀ ਹੈ? ਡੀਸੀ ਚਾਹੀਦੀ ਹੈ। ਤਾਂ ਇਹਦਾ ਮਤਲਬ ਇੰਡਕਟਰ ਕਿਹਨੂੰ ਪਾਸ ਕਰਨ ਦੇਗਾ? ਡੀਸੀ ਨੂੰ। ਜੇ ਪੈਰਲਲ 'ਚ ਲੱਗਿਆ ਹੋਇਆ ਕਪੈਸਿਟਰ, ਆਪਦੇ ਆਪ 'ਚ ਕਿਹਨੂੰ, ਕਿਹੜੀ ਆਊਟਪੁੱਟ ਲੈ ਲੇਗਾ? ਏਸੀ ਕੰਪੋਨੈਂਟ ਲੈ ਲੇਗਾ, ਡੀਸੀ ਨੂੰ ਕੀ ਕਰ ਦੇਗਾ? ਅੱਗੇ ਜਾਣ ਦੇਗਾ। ਤੇ ਡੀਸੀ ਆਪਾਂ ਨੂੰ ਕਾਹਦੇ ਤੇ ਮਿਲ ਜੇਗੀ? ਲੋਡ ਰੈਜ਼ਿਸਟੈਂਸ ਤੇ ਮਿਲ ਜੇਗੀ। ਠੀਕ ਹੈ, ਤਾਂ ਦੇਖੋ ਜਿਹੜੀ ਆਪਣੇ ਕੋਲ ਇਹ ਆਊਟਪੁੱਟ ਇਦਾਂ ਪਲਸਿਸ ਦੇ ਫਾਰਮ ਦੇ ਵਿੱਚ ਸੀ, ਰਿਐਕਟੀਫਾਇਰ ਚਲਾਉਣ ਤੋਂ ਬਾਅਦ ਇਹ ਬਿਲਕੁਲ ਇਦਾਂ ਕੀ ਹੋ ਜੇਗੀ? ਆਲਮੋਸਟ ਸਟ੍ਰੇਟ ਹੋ ਜੇਗੀ। ਕਲੀਅਰ? ਤਾਂ ਫਿਲਟਰ ਸਰਕਿਟ ਹੈਲਪ ਕਰਦੇ ਨੇ ਆਪਾਂ ਨੂੰ ਕੰਪਲੀਟ AC to DC ਕਨਵਰਟ ਕਰਨ ਵਾਸਤੇ। Clear? So that all was the topic about rectifier. Thank you so much.